उधर रख दो। ਅੱਜ ਅਸੀਂ ਸਾਰੇ ਵਿਸਾਖੀ ਦਾ ਦਿਨ ਮਨਾਉਣ ਵਾਸਤੇ ਇਕੱਠੇ ਹੋਏ ਹਾਂ। ਵਿਸਾਖੀ ਦੋ ਤਰੀਕੇ ਨਾਲ ਅਸੀਂ ਆਪਣੇ ਇਤਿਹਾਸ ਵਿੱਚ ਯਾਦ ਕਰਦੇ ਹਾਂ। ਇੱਕ ਸਾਡੇ ਪੰਜਾਬ ਦਾ ਸੱਭਿਆਚਾਰ ਦਾ ਹਿੱਸਾ ਵਿਸਾਖੀ ਹੈ, ਇੱਕ ਸਾਡੇ ਧਰਮ ਤੇ ਇਤਿਹਾਸ ਨਾਲ ਸੰਬੰਧਿਤ ਵਿਸਾਖੀ ਹੈ। ਇੱਕ ਖਿਆਲ ਰੱਖਿਓ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਦੋਂ ਖਾਲਸਾ ਪ੍ਰਗਟ ਕੀਤਾ ਅਨੰਦਪੁਰ ਸਾਹਿਬ 'ਚ ਤਾਂ ਵਿਸਾਖੀ ਨੂੰ ਸਪੈਸ਼ਲ ਦਿਨ ਦੇ ਤੌਰ ਤੇ ਨਹੀਂ ਸੀ ਚੁਣਿਆ। ਯਾਨੀ ਸਿੱਖੀ ਵਿੱਚ ਕਿਸੇ ਖਾਸ ਦਿਨ ਦੀ ਕੋਈ ਮਹੱਤਤਾ ਨਹੀਂ ਹੈ। ਸਾਡੇ ਗੁਰਬਾਣੀ ਦਾ ਫਰਮਾਨ ਹੈ, 33 ਵਾਰ ਸੇਵੇ ਮੁਕਤ ਗਵਾਰ। ਸਾਰੇ ਦਿਨ ਇੱਕੋ ਜਿਹੇ ਨੇ, ਕਿਸੇ ਦਿਨ ਦੀ ਕੋਈ ਖਾਸੀਅਤ ਨਹੀਂ ਹੈ। ਫਿਰ ਤੁਸੀਂ ਕਹੋਗੇ ਵੀ ਵਿਸਾਖੀ ਦਾ ਦਿਨ ਕਿਸ ਤਰ੍ਹਾਂ ਅਨੰਦਪੁਰ ਸਾਹਿਬ 'ਚ ਗੁਰੂ ਸਾਹਿਬ ਨੇ ਕੱਟ ਸੱਦਿਆ। ਇਹਦਾ ਪਿਛੋਕੜ ਤੁਹਾਨੂੰ ਦੇਖਣਾ ਪਏਗਾ ਗੁਰੂ ਅਮਰਦਾਸ ਸਾਹਿਬ ਦੇ ਵੇਲੇ ਵਿੱਚ। ਗੁਰੂ ਅਮਰਦਾਸ ਸਾਹਿਬ ਦੇ ਵੇਲੇ ਸਿੱਖੀ ਦਾ ਸੈਂਟਰ ਗੋਇੰਦਵਾਲ ਸੀ। ਤੋ ਕਿਉਂਕਿ ਸੰਗਤ ਬਹੁਤ ਜ਼ਿਆਦਾ ਸੀ ਸਾਰੇ ਪਾਸੇ, ਨਾ ਕੋਈ ਇੱਕੋ ਦਿਨ ਆ ਸਕਦਾ ਸੀਗਾ ਤੇ ਨਾ ਹੀ ਜਿਹੜਾ ਉਹ ਐਸਾ ਮੁਮਕਿਨ ਸੀਗਾ ਵੀ ਇੰਨੇ ਵੱਡੀ ਸੰਗਤ ਜਿਹੜੀ ਹੈ ਇੱਕੋ ਥਾਂ ਤੇ ਇੱਕੋ ਵੇਲੇ ਇਕੱਠੀ ਹੋ ਸਕੇ। ਅੱਜ ਵੀ ਤੁਸੀਂ ਦੇਖੋ ਗੋਇੰਦਵਾਲ ਜਾਂ ਖਡੂਰ ਸਾਹਿਬ ਜਾਂ ਕੋਈ ਵੀ ਕੀਰਤਪੁਰ ਸਾਹਿਬ ਹੈ, ਕੋਈ ਜਗ੍ਹਾ ਦੇਖ ਲਓ ਚੱਕ ਨਾਨਕੀ ਹੈ। ਤੁਸੀਂ ਅਨੰਦਪੁਰ ਸਾਹਿਬ ਜਾਂਦੇ ਹੋ, ਐਕਚੁਅਲੀ ਤਾਂ ਇਹਦਾ ਓਰੀਜਨ ਚੱਕ ਨਾਨਕੀ ਦਾ ਹੈ। ਇਹਦੀ ਵੀ ਤੁਹਾਨੂੰ ਥੋੜੀ ਜਿਹੀ ਗੱਲ ਸਾਂਝੀ ਕਰਾਂਗਾ। ਤੋ ਗੁਰੂ ਅਮਰਦਾਸ ਸਾਹਿਬ ਨੇ ਸਾਲ ਵਿੱਚ 4 ਇਕੱਠ ਕਰਨ ਦਾ ਫੈਸਲਾ ਕੀਤਾ ਸੀ ਵੀ 4 ਮੌਕਿਆਂ ਤੇ ਲੋਕਾਂ ਨੂੰ ਇਕੱਠਾ ਕੀਤਾ ਜਾ ਸਕਦਾ ਹੈ। ਡਾਇਰੀਆਂ ਨਹੀਂ ਸੀ ਹੁੰਦੀਆਂ, ਕੈਲੰਡਰ ਨਹੀਂ ਸੀ ਹੁੰਦੇ। ਅੱਜ ਵਾਂਗੂ ਨਹੀਂ ਸੀਗਾ ਵੀ ਉੱਥੇ ਡਾਇਰੀਆਂ ਤੇ ਕੈਲੰਡਰਾਂ ਤੋਂ ਉਹ ਤਾਰੀਖਾਂ ਕੱਢ ਸਕਦੇ ਸਨ। ਤੇ ਉਹਨਾਂ ਕੋਲ ਮੌਕੇ ਸਨ, ਮਾਘੀ ਦਾ ਮੌਕਾ, ਵਿਸਾਖੀ ਦਾ ਮੌਕਾ, ਦੀਵਾਲੀ ਦਾ ਮੌਕਾ। ਇੱਕ ਵਿਚਕਾਰ 3-4 ਮਹੀਨੇ ਐਸੇ ਸੀ ਜਦੋਂ ਇਕੱਠ ਕਰਨੇ ਮੁਸ਼ਕਿਲ ਹੋ ਜਾਇਆ ਕਰਦੇ ਸਨ। ਅੱਜ ਵੀ ਪੰਜਾਬ ਵਿੱਚ ਤੁਸੀਂ ਦੇਖੋ, ਅਸੀਂ ਚੌਮਾਸਾ ਕਹਿੰਦੇ ਆ, ਬਹੁਤ ਜ਼ਿਆਦਾ ਗਰਮੀ ਜਾਂ ਬਰਸਾਤਾਂ ਦੇ ਦਿਨ ਹੋਣ ਤੇ ਇਕੱਠ ਨਹੀਂ ਕੀਤੇ ਜਾ ਸਕਦੇ। ਯਾਨੀ ਮਈ, ਜੂਨ, ਜੁਲਾਈ, ਅਗਸਤ ਵਿੱਚ ਇਕੱਠ ਨਹੀਂ ਹੋ ਸਕਦੇ ਪੰਜਾਬ 'ਚ ਅੱਜ ਵੀ। ਜੇਕਰ ਇਸ ਮੌਸਮ ਵਿੱਚ ਕਰਨਾ ਵੀ ਚਾਹੀਏ ਤਾਂ ਬੜੀ ਮੁਸ਼ਕਿਲ ਹੁੰਦੀ ਹੈ। ਧੱਕੇ ਨਾਲ ਕਰਦੇ ਏਅਰ ਕੰਡੀਸ਼ਨਿੰਗ ਦਾ ਸਿਸਟਮ ਪੁਰਾਣੇ ਜ਼ਮਾਨੇ 'ਚ ਨਹੀਂ ਸੀ ਹੁੰਦਾ ਵੀ ਏਅਰ ਕੰਡੀਸ਼ਨਡ ਹਾਲ ਦੇ ਵਿੱਚ ਕਰਦੇ ਜਾਣ ਇਕੱਠ। ਉਦੋਂ ਇਸ ਤਰ੍ਹਾਂ ਹੀ ਹੁੰਦਾ ਸੀਗਾ ਕਿਉਂਕਿ ਸਾਰਿਆਂ ਨੂੰ ਮਾਘੀ ਦਾ ਪਤਾ ਸੀਗਾ। ਮਾਘੀ ਦਾ ਮੌਕਾ ਪਹਿਲੀ ਮਾਘ ਹੈ ਕਿਉਂਕਿ ਦੇਸੀ ਮਹੀਨੇ ਚੱਲਦੇ ਸੀ, ਵਿਕਰਮੀ ਕੈਲੰਡਰ ਚੱਲਦਾ ਸੀ, ਵਿਕਰਮੀ ਸੰਮਤ ਸੀਗਾ, ਸਾਰਿਆਂ ਨੂੰ ਪਤਾ ਹੁੰਦਾ ਸੀ। ਦੋ ਸੰਮਤ ਚੱਲਦੇ ਸਨ, ਇੱਕ ਹਿਜਰੀ ਸੰਮਤ ਚੱਲਦਾ ਸੀ ਤੇ ਇੱਕ ਵਿਕਰਮੀ ਸੰਮਤ ਚੱਲਦਾ ਸੀ। ਹਿਜਰੀ ਜਿਹੜਾ ਸੀ ਮੁਸਲਮਾਨਾਂ ਵਿੱਚ ਪ੍ਰਵਾਨਿਤ ਸੀਗਾ ਔਰ ਉਹ ਚੰਗੀ ਤਰ੍ਹਾਂ ਜਾਣਦੇ ਸੀ ਵੀ ਹਿਜਰੀ 'ਚ ਕੀ ਹੈ। ਹਾਲਾਂਕਿ ਹਿਜਰੀ ਦੇ ਹਿਸਾਬ ਦੇ ਨਾਲ ਆਮ ਲੋਕ ਨਹੀਂ ਸੀ ਜਿੰਦੇ। ਇਹ ਖਿਆਲ ਰੱਖਣ ਦੀ ਲੋੜ ਹੈ ਕਿ ਜਿਹੜਾ ਪੰਜਾਬ ਸੀਗਾ, ਜਿਹੜਾ ਜਿਸ ਨੂੰ ਅਸੀਂ ਗੁਰੂਆਂ ਦੀ ਧਰਤੀ ਕਹਿੰਦੇ ਆ, ਜਿੱਥੇ ਗੁਰੂਆਂ ਦਾ ਪ੍ਰਚਾਰ ਹੋਇਆ ਹੈ, ਪੱਛਮ ਤੇ ਪੂਰਬ ਦਾ ਪੰਜਾਬ ਦੋਨੋਂ ਹੀ, ਯਾਨੀ ਸਿੰਧ ਤੋਂ ਲੈ ਕੇ ਯਮੁਨਾ ਦਰਿਆ ਤੱਕ ਜਿਹੜਾ ਇਲਾਕਾ ਸੀਗਾ ਇਹ ਗੁਰੂ ਸਾਹਿਬ ਦੀ ਧਰਤੀ ਸੀ। ਇਹਨੂੰ ਆਪਾਂ ਸਿੱਖ ਹੋਮਲੈਂਡ ਵੀ ਕਹਿ ਸਕਦੇ ਹਾਂ, ਜਿੱਥੇ ਸਿੱਖੀ ਜਿਹੜੀ ਹੈ ਸ਼ੁਰੂ ਹੋਈ ਹੈ, ਜਿੱਥੇ ਸਿੱਖੀ ਪ੍ਰਫੁੱਲਤ ਹੋਈ ਹੈ। ਵੈਸੇ ਤਾਂ ਸਿੱਖੀ ਸਾਰੀ ਦੁਨੀਆ ਸੀ। ਮੈਂ ਇੱਕ ਕੱਲ੍ਹ ਵੀ ਤੁਹਾਡਾ ਜ਼ਿਕਰ ਕੀਤਾ ਸੀ, ਇੱਕ ਕਿਤਾਬ ਹੈ ਦਬਿਸਤਾਨੇ ਮਜ਼ਾਹਿਬ, ਜਿਹੜੀ ਕਿ 1660-70 ਦੇ ਵਿੱਚ ਜਿਹੜੀ ਹੈ ਉਹ ਲਿਖੀ ਗਈ ਪਰ ਸਾਡੇ ਕੋਲ ਪਹੁੰਚੀ ਬਾਅਦ ਵਿੱਚ ਹੈ। ਉਹਦੇ ਵਿੱਚ ਜਿਹਦਾ ਨਾਮ ਪਹਿਲਾਂ ਲੋਕ ਮੋਹਸਿਨ ਫਾਨੀ ਸਮਝਦੇ ਸੀ, ਐਕਚੁਅਲ ਉਹਦਾ ਨਾਮ ਜ਼ੁਲਫਕਾਰ ਅਰਦਸਤਾਨੀ ਹੈ। ਤਾਂ ਜ਼ੁਲਫਕਾਰ ਅਰਦਸਤਾਨੀ ਲਿਖਦਾ ਹੈ ਵੀ 1660 ਤੇ 70 ਵਿਚਕਾਰ ਸਾਊਥ ਏਸ਼ੀਆ, ਅਫਗਾਨਿਸਤਾਨ ਤੋਂ ਲੈ ਕੇ ਸ਼੍ਰੀਲੰਕਾ ਤੱਕ ਕੋਈ ਐਸਾ ਨਗਰ ਨਹੀਂ ਹੈ ਜਿੱਥੇ ਸਿੱਖ ਨਹੀਂ ਵਸਦੇ। ਯਾਨੀ ਇੰਨਾ ਸਿੱਖੀ ਦਾ ਪ੍ਰਚਾਰ ਹੋ ਚੁੱਕਾ ਸੀ। ਪ੍ਰਚਾਰ ਕੀਤਾ ਕਿਹਨੇ ਸੀਗਾ? ਸਾਡੇ ਕੋਲ ਸਭ ਤੋਂ ਜਿਹੜਾ ਵੈਸੇ ਤਾਂ ਹਿਸਟੋਰੀਕਲ ਗੱਲ ਇਹ ਹੈ ਵੀ ਦੁਨੀਆ ਵਿੱਚ ਸਭ ਤੋਂ ਵੱਧ ਅਗਰ ਕਿਸੇ ਨੇ ਧਰਮ ਪ੍ਰਚਾਰ ਕੀਤਾ ਹੈ ਤੇ ਗੁਰੂ ਨਾਨਕ ਸਾਹਿਬ ਨੇ ਪੈਦਲ ਤੁਰ ਕੇ ਕੀਤਾ ਹੈ। ਆਪਾਂ ਕੈਲਕੂਲੇਟ ਕਰੀ ਜਾਂਦੇ ਆ, ਕੋਈ 40,000 45,000 ਕਿਲੋਮੀਟਰ ਦਾ ਅੰਦਾਜ਼ਾ ਲਾ ਲਈਦਾ ਵੀ ਅਸੀਂ ਸ਼੍ਰੀਲੰਕਾ ਤੋਂ ਲੈ ਕੇ ਤੇ ਮੱਕੇ ਔਰ ਮਦੀਨੇ ਤੱਕ ਗੁਰੂ ਸਾਹਿਬ ਗਏ ਨੇ। ਤਹਿਰਾਨ ਹੈ, ਅਫਗਾਨਿਸਤਾਨ ਹੈ, ਪਾਕਿਸਤਾਨ ਮੌਜੂਦਾ ਜਿਹੜਾ ਹੈ, ਨੇਪਾਲ ਹੈ, ਸਿੱਕਮ ਹੈ, ਭੂਟਾਨ ਹੈ, ਸਾਰੇ ਪਾਸੇ ਗਏ ਆ। ਗੁਰੂ ਨਾਨਕ ਸਾਹਿਬ ਦਾ ਜਿਹੜਾ ਸੰਦੇਸ਼ ਸਾਰੇ ਪਾਸੇ ਪਹੁੰਚ ਚੁੱਕਿਆ ਸੀ। ਤਾਂ ਹੀ ਅਰਦਸਤਾਨੀ ਕਹਿੰਦਾ ਵੀ ਕੋਈ ਐਸਾ ਨਗਰ ਨਹੀਂ ਹੈ ਜਿੱਥੇ ਗੁਰੂ ਨਾਨਕ ਨਾਮ ਲੇਵਾ ਨਹੀਂ ਹਨ, ਜਿੱਥੇ ਗੁਰੂ ਨਾਨਕ ਦੀ ਸਿੱਖੀ ਦਾ ਪ੍ਰਚਾਰ ਨਹੀਂ ਹੈ, ਜਿੱਥੇ ਸਿੱਖ ਨਹੀਂ ਵਸਦੇ।
ਤੋ ਇਹ ਗੱਲ ਜਿਹੜੀ ਹੈ 1660-70 ਦੇ ਵਿਚਕਾਰ ਉਸਨੇ ਆਖੀ ਹੈ ਤੇ ਉਸ ਤੋਂ ਬਾਅਦ ਤਾਂ ਸਿੱਖੀ ਦਾ ਪ੍ਰਸਾਰ ਜਿਹੜਾ ਹੈ ਤੇ ਪ੍ਰਚਾਰ ਜਿਹੜਾ ਹੈ ਬਹੁਤ ਜ਼ਿਆਦਾ ਹੋਇਆ ਹੈ। ਗੁਰੂ ਹਰਗੋਬਿੰਦ ਸਾਹਿਬ, ਗੁਰੂ ਹਰਰਾਏ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸਾਰੇ ਪਾਸੇ ਸਿੱਖੀ ਦਾ ਇਸ ਤਰ੍ਹਾਂ ਦਾ ਪ੍ਰਚਾਰ ਹੁੰਦਾ ਰਿਹਾ ਹੈ। ਤਾਂ ਮੈਂ ਗੱਲ ਕਰ ਰਹੀ ਸੀ ਜਿਹੜੇ ਉਸ ਵੇਲੇ ਇੰਨਾ ਇਕੱਠ ਸੀਗਾ ਵੀ ਸਾਰਿਆਂ ਨੂੰ ਸੱਦਣਾ ਮੁਮਕਿਨ ਨਹੀਂ ਸੀ। 2 ਕੈਲੰਡਰ ਚੱਲਦੇ ਸਨ, ਇੱਕ ਬਿਕਰਮੀ ਤੇ ਇੱਕ ਹਿਜਰੀ। ਜਿਹੜਾ ਹੈ ਹਿਜਰੀ ਮੁਸਲਮਾਨਾਂ ਤੱਕ ਸੀਮਤ ਸੀਗਾ ਤੇ ਬਿਕਰਮੀ ਜਿਹੜਾ ਹੈ ਉਹ ਸਾਰਿਆਂ ਤੱਕ ਸੀਮਤ ਸੀ, ਕਿਉਂਕਿ ਜਿਹੜਾ ਪੰਜਾਬ ਦਾ ਮੁਸਲਮਾਨ ਹੈ ਇਹ ਪਹਿਲਾਂ ਹਿੰਦੂ ਹੀ ਸੀਗਾ। ਭਾਵੇਂ ਉਹ ਜ਼ਬਰਦਸਤੀ ਬਣਾਏ ਗਏ ਆ, ਭਾਵੇਂ ਮਜਬੂਰੀ 'ਚ ਬਣੇ ਆ, ਭਾਵੇਂ ਲਾਲਚ ਵਿੱਚ ਬਣੇ ਆ, ਭਾਵੇਂ ਇਹ ਸੋਚ ਕੇ ਵੀ ਜਿਹਦੀ ਸਰਕਾਰ ਹੈ ਚਲੋ ਉਹਦਾ ਧਰਮ ਅਖਤਿਆਰ ਕਰ ਲਓ ਤੇ ਸਾਨੂੰ ਇਹਦੇ 'ਚ ਸਹੂਲਤਾਂ ਮਿਲ ਜਾਣਗੀਆਂ, ਕੋਈ ਵੀ ਵਜ੍ਹਾ ਹੋ ਸਕਦੀ ਹੈ। ਪਰ ਸਾਰੇ ਪਹਿਲਾਂ ਇੱਥੇ ਜਿਹੜੇ ਸਨ ਹਿੰਦੂ ਸਨ ਜਾਂ ਬੋਧੀ ਸਨ। ਵੈਸੇ ਦੇਖਿਆ ਜਾਵੇ ਤੇ ਹਿੰਦੂ ਧਰਮ ਨਾਲੋਂ ਬੁੱਧ ਧਰਮ ਬਹੁਤ ਜ਼ਿਆਦਾ ਪੁਰਾਣਾ ਹੈ। ਹਿੰਦੂ ਧਰਮ ਤਾਂ ਤੁਲਸੀਦਾਸ ਤੋਂ ਬਾਅਦ ਜਿਹੜਾ ਹੈ ਇਹ ਇੱਕ ਆਪਣੇ ਫਾਰਮ ਵਿੱਚ ਆਇਆ। ਕਈ ਕਹਿੰਦੇ ਨੇ ਹਿੰਦੂ ਧਰਮ ਬਹੁਤ ਪੁਰਾਣਾ ਧਰਮ ਹੈ। ਹਿੰਦੂ ਬਹੁਤ ਪੁਰਾਣਾ ਧਰਮ ਨਹੀਂ ਹੈ, ਇੱਥੇ ਦਾ ਧਰਮ ਬੁੱਧ ਧਰਮ ਸੀਗਾ। ਤੁਸੀਂ ਦੇਖੋ ਵੀ ਅਫਗਾਨਿਸਤਾਨ ਤੋਂ ਲੈ ਕੇ ਸ਼੍ਰੀਲੰਕਾ ਤੱਕ, ਉਧਰ ਜਾਪਾਨ ਤੱਕ ਜਿਹੜਾ ਹੈ ਬੁੱਧ ਧਰਮ ਦਾ ਪ੍ਰਚਾਰ ਸੀ। ਅਸ਼ੋਕ ਵੇਲੇ ਦਾ ਬਹੁਤ ਜ਼ਿਆਦਾ ਆਇਆ ਹੈ, ਮੌਰੀਆ ਖਾਨਦਾਨ ਵੇਲੇ ਵੀ ਬਹੁਤ ਜ਼ਿਆਦਾ ਪ੍ਰਚਾਰ ਹੋਇਆ, ਸਾਰੇ ਬੁੱਧ ਹੀ ਸਨ। ਤੁਸੀਂ ਅੱਜ ਵੀ ਚੁੱਕ ਕੇ ਦੇਖ ਲਓ ਪੰਜਾਬ ਦੀ ਕਿਸੇ ਧਰਤੀ ਦੇ ਕਿਸੇ ਪੁਰਾਣੇ ਸ਼ਹਿਰ ਦੀ ਗੱਲ ਕਰ ਲਓ। ਜੇਕਰ ਫਿਲੌਰ ਵਿੱਚ ਤੁਸੀਂ ਜਾਓ ਤੇ ਨਗਰ ਪਿੰਡ ਹੈ, ਜੇ ਤੁਸੀਂ ਜਾਓ ਸੰਘੋਲ ਜਿਹਨੂੰ ਉੱਚਾ ਪਿੰਡ ਕਹਿੰਦੇ ਆ, ਇਸੇ ਤਰ੍ਹਾਂ ਟੈਕਸਟਾਈਲ ਜਿਹੜਾ ਪਾਕਿਸਤਾਨ ਵਿੱਚ ਹੈ, ਸਾਰੇ ਪਾਸੇ ਬੁੱਧ ਧਰਮ ਦੀਆਂ ਤੁਹਾਨੂੰ ਪੁਰਾਣੀਆਂ ਯਾਦਗਾਰਾਂ ਮਿਲ ਜਾਣਗੀਆਂ। ਹਸਨ ਅਬਦਾਲ ਬੜਾ ਵੱਡਾ ਸੈਂਟਰ ਸੀ, ਸਵਾਤ ਬੜਾ ਵੱਡਾ ਸੈਂਟਰ ਸੀ। ਇੱਕ ਤੁਸੀਂ ਹਿਮਾਚਲ ਵਿੱਚ ਰਿਵਾਲਸਰ ਸੁਣਿਆ ਹੋਏਗਾ, ਰਿਵਾਲਸਰ ਬੜਾ ਵੱਡਾ ਸੈਂਟਰ ਸੀਗਾ। ਇਹ ਸਾਰੇ ਬੁੱਧ ਧਰਮ ਦੇ ਸੈਂਟਰ ਹੁੰਦੇ ਸਨ। ਜਿਹੜਾ ਅੱਜ ਤੁਸੀਂ ਜਿਹੜਾ ਮਨਾਲੀ ਜਾਂਦੇ ਹੋ, ਮਨਾਲੀ ਜਾਓ ਤੇ ਤੁਹਾਨੂੰ ਉੱਥੇ ਯਾਦਗਾਰਾਂ ਲੱਭ ਪੈਣਗੀਆਂ। ਪਾਂਡੂਕੇਸ਼ਵਰ ਜਾਓ ਤੇ ਤੁਹਾਨੂੰ ਯਾਦਗਾਰਾਂ ਲੱਭ, ਕਿਤੇ ਵੀ ਚਲ ਜਾਓ, ਕਿਉਂਕਿ ਬੁੱਧ ਧਰਮ ਦਾ ਸੈਂਟਰ ਸੀਗਾ। ਤੋਂ ਬੋਧੀ ਸਨ ਜਿਹੜੇ ਉਹ ਤੋਂ ਹਿੰਦੂ ਬਣੇ ਨੇ। ਔਰ ਇਹ ਸਾਰੇ ਦੇ ਸਾਰੇ ਕਿਉਂਕਿ ਉਸ ਵੇਲੇ ਬਿਕਰਮੀ ਸੰਮਤ ਚੱਲਦਾ ਸੀ ਤੇ ਸਾਰੇ ਜਾਣਦੇ ਸੀਗਾ ਵੀ ਪਹਿਲੀ ਮਾਘੀ ਕਿਦਨ ਹੈ, ਪਹਿਲੀ ਵਿਸਾਖ ਕਿਦਨ ਹੈ ਤੇ ਕੱਤਕ ਦੇ ਵਿੱਚ ਜਦੋਂ ਦੀਵਾਲੀ ਆਉਂਦੀ ਹੈ ਉਹ ਕਿਦੋਂ। ਇਹ ਸਾਰੀਆਂ ਚੀਜ਼ਾਂ ਸਨ ਤੇ ਗੁਰੂ ਅਮਰਦਾਸ ਸਾਹਿਬ ਨੇ ਇਸ ਕਰਕੇ ਇਹ 3 ਦਿਨ ਚੁਣੇ ਸਨ ਬਈ ਸਾਰੀਆਂ ਸੰਗਤਾਂ ਜਿਹੜੀਆਂ ਗੋਇੰਦਵਾਲ ਆਇਆ ਕਰਨਗੀਆਂ। ਔਰ ਉਹ ਲਹਿਰ ਜਿਹੜੀ ਹੈ ਉਹ ਹਮੇਸ਼ਾ ਤੱਕ ਚੱਲਦੀ ਰਹੀ ਹੈ, ਸਾਰੇ ਗੁਰੂਆਂ ਤੱਕ ਚੱਲਦੀ ਰਹੀ ਹੈ। ਇਕੱਠ ਹੁੰਦੇ ਰਹੇ ਆ। ਵੱਖਰੀ ਗੱਲ ਹੈ ਬਈ ਇਕੱਠ ਦੀ ਜਗ੍ਹਾ ਬਦਲ ਗਈ ਹੈ। ਪਹਿਲਾਂ ਗੋਇੰਦਵਾਲ ਹੋਇਆ ਕਰਦੇ ਸਨ, ਫਿਰ ਜਦੋਂ ਗੁਰੂ ਰਾਮਦਾਸ ਸਾਹਿਬ ਨੇ ਔਰ ਗੁਰੂ ਅਰਜਨ ਸਾਹਿਬ ਨੇ ਅੰਮ੍ਰਿਤਸਰ ਸ਼ਹਿਰ ਵਸਾਇਆ ਹੈ, ਗੁਰੂ ਦਾ ਚੱਕ ਜਿਹਨੂੰ ਅੱਜ ਅਸੀਂ ਅੰਮ੍ਰਿਤਸਰ ਕਹਿੰਦੇ ਆ, ਤਾਂ ਉੱਥੇ ਇਕੱਠ ਹੋਣ ਲੱਗ ਪਏ। ਫਿਰ ਜਦੋਂ ਗੁਰੂ ਹਰਗੋਬਿੰਦ ਸਾਹਿਬ 1635 ਵਿੱਚ ਕੀਰਤਪੁਰ ਸਾਹਿਬ ਚਲੇ ਗਏ ਤੇ ਕੀਰਤਪੁਰ ਸਾਹਿਬ 'ਚ ਇਕੱਠ ਹੋਣ ਲੱਗ ਪਿਆ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੇ 19 ਜੂਨ 1665 ਦੇ ਦਿਨ ਚੱਕ ਨਾਨਕੀ, ਜਿਹਨੂੰ ਤੁਸੀਂ ਹੁਣ ਅਨੰਦਪੁਰ ਸਾਹਿਬ ਕਹਿੰਦੇ ਹੋ, ਉਹ ਵਸਾਇਆ ਤੇ ਉੱਥੇ ਇਕੱਠ ਹੋਣ ਲੱਗ ਪਿਆ। ਗੁਰੂ ਗੋਬਿੰਦ ਸਿੰਘ ਸਾਹਿਬ ਨੇ 1685 ਵਿੱਚ ਪਾਉਂਟਾ ਸਾਹਿਬ ਵਸਾਇਆ ਤੇ ਪਾਉਂਟਾ ਸਾਹਿਬ ਇਕੱਠ ਹੋਣ ਲੱਗ ਪਏ। ਇਸ ਤਰ੍ਹਾਂ ਸਾਡੀ ਸਿੱਖੀ ਦਾ ਜਿਹੜਾ ਸਾਰੇ ਪਾਸੇ ਫੈਲਾਅ ਵੀ ਹੁੰਦਾ ਗਿਆ ਔਰ ਇਹ ਇਕੱਠ ਵੀ ਹੁੰਦੇ ਗਏ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਹ ਇਕੱਠ ਜਿਹੜਾ ਹੈ ਪਹਿਲੀ ਵਿਸਾਖ ਨੂੰ ਇਸ ਕਰਕੇ ਕੀਤਾ ਸੀ ਵੀ ਇਕੱਠ ਉਹ ਹੀ ਕਰਦੇ ਸਨ। ਪਹਿਲੀ ਵਿਸਾਖ ਨੂੰ ਸਾਰੀਆਂ ਸੰਗਤਾਂ ਆ ਹੀ ਕਰਦੀਆਂ ਸਨ। ਇੱਕ ਇਹਦੇ ਨਾਲ ਵੀ ਇਹਦੀ ਬੈਕਗਰਾਉਂਡ ਕੀ ਹੈ, ਹਿਸਟੋਰੀਕਲ ਬੈਕਗਰਾਉਂਡ ਹੈ ਵੀ ਗੁਰੂ ਸਾਹਿਬ ਨੇ ਖਾਲਸਾ ਕਈ ਕਹਿੰਦੇ ਵੀ ਸਜਾਇਆ, ਕਈ ਖਾਲਸਾ ਪ੍ਰਗਟ ਕੀਤਾ ਕਹਿੰਦੇ ਆ, ਕੋਈ ਕਹਿੰਦੇ ਨਵਾਂ ਪੰਥ ਚਲਾਇਆ। ਖਾਲਸਾ ਪੰਥ ਦਾ ਜਨਮ ਦਿਨ ਹੈ, ਆਪਾਂ ਸਾਰੇ ਕਹਿ ਛੱਡਦੇ ਹਾਂ। ਇੱਕ ਥੋੜਾ ਜਿਹਾ ਇਹ ਸਿਧਾਂਤਕ ਮਸਲਾ ਹੈ, ਸਾਨੂੰ ਇਹ ਲਫ਼ਜ਼ ਸੋਚ ਕੇ ਵਰਤਣੇ ਚਾਹੀਦੇ ਆ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੋਈ ਨਵਾਂ ਪੰਥ ਨਹੀਂ ਚਲਾਇਆ, ਇਹ ਗੱਲ ਸਾਨੂੰ ਸਮਝ ਲੈਣੀ ਚਾਹੀਦੀ ਹੈ। ਜੇ ਅਸੀਂ ਕਹਿੰਦੇ ਆ ਪੰਥ ਚਲਾਇਆ ਤੇ ਇਹਦਾ ਮਤਲਬ ਉਹਨਾਂ ਨੇ ਪਹਿਲੇ 9 ਗੁਰੂਆਂ ਨੂੰ ਜਿਹੜਾ ਹੈ ਉਹ ਰਿਜੈਕਟ ਕਰ ਦਿੱਤਾ ਹੈ ਵੀ ਉਹ ਠੀਕ ਨਹੀਂ ਸੀਗੇ, ਮੈਂ ਨਵਾਂ ਚਲਾ ਰਿਹਾ। ਜਿਸ ਤਰ੍ਹਾਂ ਬਚਿੱਤਰ ਨਾਟਕ ਵਿੱਚ ਤੁਸੀਂ ਆਉਂਦਾ, ਬਚਿੱਤਰ ਨਾਟਕ ਪੜ੍ਹੋ ਤੇ ਤੁਹਾਨੂੰ ਲੱਗਦਾ ਹੈ ਸਾਹਿਬ ਵੀ ਇਹਦੇ 'ਚ ਗੁਰੂ ਸਾਹਿਬ ਨੇ ਕੋਈ ਨਵਾਂ ਪੰਥ ਚਲਾਇਆ ਤੇ ਪਹਿਲੇ 9 ਗੁਰੂਆਂ ਦੀ ਜਿਹੜੀ ਹੈ ਉਹ ਕਾਰਵਾਈ ਸਾਰੀ ਜਿਹੜੀ ਹੈ ਉਹ ਪਿੱਛੇ ਕਰ ਦਿੱਤੀ ਹੈ ਜਾਂ ਗਲਤ ਕਰ ਦਿੱਤੀ ਹੈ ਜਾਂ ਉਸ ਨੂੰ ਹਟਾ ਕੇ ਤੇ ਨਵਾਂ ਕੋਈ ਸਿਸਟਮ ਸ਼ੁਰੂ ਕੀਤਾ ਹੈ। ਕੋਈ ਖਾਲਸਾ ਪੰਥ ਨਵਾਂ ਨਹੀਂ ਗੁਰੂ ਸਾਹਿਬ ਨੇ ਚਲਾਇਆ। ਕੀ ਹੈ ਘਟਨਾ, ਕੀ ਹੈ, ਮੈਂ ਤੁਹਾਨੂੰ ਪਹਿਲਾਂ ਇਹਦੀ ਪਿਛੋਕੜ ਦੱਸਦੇ ਹਾਂ ਤੇ ਤਾਂ ਇਹਦਾ ਅਸੀਂ ਸਿਧਾਂਤਕ ਪੱਖ ਲਵਾਂਗੇ। ਸਾਡੇ ਕੋਲ ਪੱਟਵਈਆਂ ਬੜਾ ਵਧੀਆ ਸੋਮਾ ਹੈ ਜਿਹਦੇ 'ਚ ਸਿੱਖ ਹਿਸਟਰੀ ਦੀਆਂ ਸਾਰੀਆਂ ਪੱਟਵਈਆਂ ਬ੍ਰਾਹਮਣਾਂ ਨੇ ਲਿਖੀਆਂ। ਖਿਆਲ ਰੱਖਿਆ ਜੇ ਪੱਟ ਬ੍ਰਾਹਮਣ ਲੋਕ ਸਨ ਜਿਹੜੇ ਅੱਜ ਇੱਕ ਤੁਹਾਨੂੰ ਇੱਕ ਹੋਰ ਤੁਹਾਡੀ ਨੌਲੇਜ 'ਚ ਵਾਧਾ ਕਰਨਾ ਚਾਹਾਂਗਾ ਕਿ ਪੰਜਾਬ 'ਚ ਤੁਸੀਂ ਭਾਟੜਾ ਕਹਿੰਦੇ ਹੋ ਨਾ ਜਿਹਨੂੰ, ਐਕਚੁਅਲੀ ਇਹ ਭਾਟੜੇ ਕੋਈ ਛੋਟੀ ਜ਼ਾਤ ਨਹੀਂ, ਬ੍ਰਾਹਮਣ ਲੋਕ ਨੇ। ਇਹ ਪੱਟ ਬ੍ਰਾਹਮਣ ਲੋਕ ਸਨ। ਜਦੋਂ ਉਹਨਾਂ ਦੇ ਜਜ਼ਮਾਨ ਘਟ ਗਏ, ਉਹਨਾਂ ਕੋਲ ਜਿਹੜੇ ਰਾਜਪੂਤ ਤੇ ਰਾਜੇ ਉਹਨਾਂ ਨੂੰ ਪੈਟਰਨਾਈਜ਼ ਕਰਨੋਂ ਹਟ ਗਏ ਤੇ ਉਹਨਾਂ ਵਿਚਾਰਿਆਂ ਨੂੰ ਛੋਟਿਆਂ ਕੰਮਾਂ ਦੇ ਵਿੱਚ ਜਾਣਾ ਪਿਆ ਤੇ ਉਹ ਜਿਹੜੇ ਨੇ ਹੁਣ ਉਹਨਾਂ ਨੂੰ ਕੁਝ ਲੋਕ ਭਾਟੜੇ ਕਹਿੰਦੇ। ਬੜੀ ਉੱਚੀ ਜਾਤ ਬ੍ਰਾਹਮਣ ਨੇ, ਕੌਸ਼ਿਸ਼ ਗੌੜ ਬ੍ਰਾਹਮਣ ਨੇ, ਇਹ ਜਿਹੜਾ ਇਹਨਾਂ ਦਾ ਪਿਛੋਕੜ ਹੈ।
ਔਰ ਇਹ ਸਨ ਜਿਹੜੇ ਸਾਰੀਆਂ ਜਿਹੜੀਆਂ ਸਾਡੀਆਂ ਹਿਸਟਰੀ ਦੀਆਂ ਗੱਲਾਂ ਲਿਖਦੇ ਹੁੰਦੇ ਸਨ। ਜੇਕਰ ਇਹ ਭੱਟ ਨਾ ਹੁੰਦੇ ਤੇ ਰਾਜਸਥਾਨ ਦੀ ਸਾਡੇ ਕੋਲ ਹਿਸਟਰੀ ਬਿਲਕੁਲ ਮੌਜੂਦ ਨਾ ਹੁੰਦੀ। ਰਾਜਸਥਾਨ ਦੀ ਸਾਰੀ ਹਿਸਟਰੀ ਭੱਟਾਂ ਨੇ ਲਿਖੀ ਹੈ, ਜਿਹਦੇ ਤੋਂ ਜਾ ਕੇ ਬਾਅਦ ਵਿੱਚ ਟੌਡ ਨੇ, ਕਰਨਲ ਟੌਡ ਨੇ ਜਿਹੜਾ ਐਨਲਸ ਆਫ ਰਾਜਸਥਾਨ ਤੇ ਉਹ ਹਿਸਟਰੀ ਲਿਖੀ ਹੈ, ਤਾਂ ਉਹ ਸਾਰੀ ਭੱਟਾਂ ਕੋਲੋਂ ਰਹੀ ਹੈ। ਜੇ ਹਿਮਾਚਲ ਪ੍ਰਦੇਸ਼ ਦੀ ਤੁਹਾਨੂੰ ਹਿਸਟਰੀ ਮਿਲਦੀ ਹੈ, ਹਿਸਟਰੀ ਆਫ ਹਿਲ ਸਟੇਟਸ ਆਫ ਪੰਜਾਬ, ਉਹ ਸਾਰੀ ਦੀ ਸਾਰੀ ਭੱਟਾਂ ਦੀ ਹਿਸਟਰੀ ਦੇ ਵਿੱਚੋਂ ਮਿਲਦੀ ਹੈ। ਔਰ ਇਹਦੇ ਵਿੱਚ ਇੱਕ ਰੋਲ ਸਾਡੇ ਸਿੱਖ ਦਾ ਵੀ ਹੈ। ਇੱਕ ਗਣੇਸ਼ਾ ਸਿੰਘ ਬੇਦੀ ਸੀ ਗੁਰੂ ਨਾਨਕ ਸਾਹਿਬ ਦੇ ਕੋਲ ਵਿੱਚੋਂ, ਉਹ ਬਿਲਾਸਪੁਰ ਇੱਕ ਰਿਆਸਤ ਹੁੰਦੀ ਸੀ ਕਿਸੇ ਜ਼ਮਾਨੇ 'ਚ, ਕਹਿਲੂਰ ਰਿਆਸਤ ਵੀ ਕਹਿ ਦਿੰਦੇ ਆ, ਜਿੱਥੇ ਗੁਰੂ ਸਾਹਿਬ ਦਾ ਜਿਨ੍ਹਾਂ ਦੇ ਨਾਲ ਬੜਾ ਸੰਬੰਧ ਰਿਹਾ, ਉਹ ਹਿਸਟਰੀ ਦੇ ਵਿੱਚ ਸਾਡੇ ਬੜੀ ਇੰਪੋਰਟੈਂਟ ਚੀਜ਼ ਹੈ। ਤਾਂ ਬਿਲਾਸਪੁਰ ਵਿੱਚ ਗਣੇਸ਼ਾ ਸਿੰਘ ਬੇਦੀ ਨਾਮ ਦਾ ਬੰਦਾ ਸੀ, ਜਿਸ ਨੇ ਸ਼ਸ਼ੀ ਬੰਸ ਵਿਨੋਦ ਕਿਤਾਬ ਲਿਖੀ, ਜਿਹਦੇ ਵਿੱਚ ਰਾਜਪੂਤਾਂ ਦਾ ਇਤਿਹਾਸ ਲਿਖਿਆ। ਖੈਰ ਮੈਂ ਗੱਲ ਕਰ ਰਿਹਾ ਸੀ ਭੱਟਾਂ ਦੀ। ਭੱਟਾਂ ਨੇ ਸਾਨੂੰ ਜਿਹੜਾ ਹੈ ਉਹ ਵਿਸਾਖੀ ਦਾ ਅਸਲ ਮੌਕਾ ਜਿਹੜਾ ਅਨੰਦਪੁਰ ਸਾਹਿਬ ਦਾ, ਉਹ ਘਟਨਾ ਕਿਵੇਂ ਹੋਈ ਹੈ, ਉਹ ਕਈ ਵਾਰ ਹੁੰਦਾ ਘਟਨਾ ਇੱਕ ਨਿੱਕੀ ਜਿਹੀ ਘਟਨਾ ਦੇ ਵਿੱਚੋਂ ਜਿਹੜਾ ਉਹ ਇੱਕ ਬੜੀ ਵੱਡੀ ਗੱਲ ਦਾ ਜਿਹੜਾ ਜਨਮ ਹੋ ਜਾਂਦਾ, ਸ਼ੁਰੂਆਤ ਹੋ ਜਾਂਦੀ ਹੈ। ਤਾਂ ਇਹ ਗੱਲ ਹੈ ਵੀ 1698 ਤੇ 99 ਦੋ ਤਾਰੀਖਾਂ ਸਾਡੇ ਕੋਲ ਮਿਲਦੀਆਂ ਨੇ। ਵੀ 1699 ਕਹਿੰਦੇ ਆ, ਭੱਟਵੀਆਂ 'ਚ 1698 ਆਉਂਦਾ ਹੈ, ਜੋ ਖੈਰ ਤਾਰੀਖ ਦੇ ਨਾਲ ਕੋਈ ਫਰਕ ਨਹੀਂ ਪੈਂਦਾ। ਅਸਲ ਘਟਨਾ ਕੀ ਹੋਈ ਹੈ ਵੀ ਉਹਨਾਂ ਵਿਸਾਖੀ ਦੀ ਪਹਿਲੀ ਤੋਂ ਪਹਿਲਾਂ ਚੇਤ ਵਿੱਚ ਹੋਲੀ ਆਇਆ ਕਰਦੀ। ਅਸੀਂ ਸਾਰੇ ਜਾਣਦੇ ਹਾਂ ਵੀ ਮਾਰਚ ਵਿੱਚ ਹੋਲੀ ਮਨਾਈ ਜਾਂਦੀ ਹੈ, ਹਿੰਦੂ ਹੋਲੀ ਮਨਾਉਂਦੇ ਆ। ਤੇ ਇੱਕ ਹੋਲੀ ਦੇ ਉੱਤੇ ਵੀ ਕਿਉਂਕਿ ਲੋਕ ਅਨੰਦਪੁਰ ਸਾਹਿਬ ਤਾਂ ਆਉਂਦੇ ਜਾਂਦੇ ਰਹਿੰਦੇ ਸਨ, ਜਦੋਂ ਲੋਕ ਆਏ ਨੇ ਤੇ ਲੋਕਾਂ ਦੇ ਕੱਪੜੇ ਖਰਾਬ ਹੋਏ ਸਨ, ਉਹਨਾਂ ਨੇ ਰੰਗ ਸੁੱਟਿਆ ਹੋਇਆ ਸੀਗਾ, ਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਸਮਝਾਇਆ ਵੀ ਇਹ ਕੰਮ ਤੁਸੀਂ ਨਾ ਕਰਿਆ ਕਰੋ, ਸਿੱਖੀ ਵਿੱਚ ਇਹ ਰੰਗ ਪਾਉਣ ਦਾ ਕੋਈ ਸੈਂਸ ਨਹੀਂ, ਇਹ ਬੜਾ ਬੇਹੂਦਾ ਤਿਉਹਾਰ ਹੈ, ਤੁਸੀਂ ਇਹ ਮਨਾਉਣਾ ਬੰਦ ਕਰੋ। ਤੇ ਉੱਥੇ ਹੋਲਾ ਮਹੱਲਾ ਸ਼ੁਰੂ ਕੀਤਾ। ਹੋਲਾ ਮਹੱਲਾ ਜਦੋਂ ਸ਼ੁਰੂ ਕੀਤਾ ਤੇ ਉੱਥੇ ਇੱਕ ਇਕੱਠ ਹੋਇਆ ਸ਼ਾਮ ਨੂੰ। ਜਿਸ ਤਰ੍ਹਾਂ ਤੁਸੀਂ ਵੀ ਆਮ ਤੌਰ ਤੇ ਵੀ ਕੋਈ ਫੰਕਸ਼ਨ ਹੁੰਦਾ ਹੈ ਇੱਕ ਦਿਨ, ਤੇ ਉਸ ਤੋਂ ਪਹਿਲੇ ਦਿਨ ਜਾਂ ਉਸ ਤੋਂ ਬਾਅਦ ਸ਼ਾਮ ਨੂੰ ਜਿਹੜੇ ਲੋਕ ਇਕੱਠੇ ਹੋ ਕੇ ਥੋੜਾ ਜਿਹਾ ਐਂਟਰਟੇਨਮੈਂਟ ਦਾ ਪ੍ਰੋਗਰਾਮ ਕਰਦੇ ਆ। ਤਾਂ ਅਨੰਦਪੁਰ ਸਾਹਿਬ 'ਚ ਐਂਟਰਟੇਨਮੈਂਟ ਦਾ ਪ੍ਰੋਗਰਾਮ ਹੋ ਰਿਹਾ ਸੀ। ਨਕਲਾਂ ਲਾ ਰਹੇ ਸਨ ਲੋਕ, ਕੋਈ ਕਵਿਤਾ ਸੁਣਾ ਰਹੇ ਸਨ। ਅਨੰਦਪੁਰ ਸਾਹਿਬ ਸਾਨੂੰ ਪਤਾ ਹੈ ਵੀ ਬੜਾ ਵੱਡਾ ਸੈਂਟਰ ਸੀ, ਭਾਈ ਨੰਦ ਲਾਲ ਵੀ ਉੱਥੇ ਕਵਿਤਾ ਸੁਣਾਉਂਦੇ ਸਨ, ਹੋਰ ਮੰਗਲ ਕਵੀ ਸੀ, ਕਿਤਨੇ ਕਵੀ ਸਨ ਜਿਹੜੇ ਸਨ ਉਹ ਉੱਥੇ ਆਪਣੀ ਕਵਿਤਾਵਾਂ ਸੁਣਾਉਂਦੇ ਸਨ, ਕੋਈ ਹੋਰ ਐਂਟਰਟੇਨਮੈਂਟ। ਤਾਂ ਇਹ ਰੰਗਾ ਰੰਗ ਦਾ ਪ੍ਰੋਗਰਾਮ ਕਿਸ ਤਰ੍ਹਾਂ ਦਾ ਚੱਲ ਰਿਹਾ ਹੈ। ਤੇ ਨਕਲਾਂ ਦੇ ਪ੍ਰੋਗਰਾਮ ਵਿੱਚ ਇੱਕ ਬੰਦੇ ਨੇ ਜਿਹੜਾ ਪੇਸ਼ ਕੀਤਾ ਨਕਲ, ਉਸ ਨਕਲ ਵਿੱਚ ਉਸਨੇ ਸਾਬਤ ਕੀਤਾ ਵੀ ਜਿਹੜੇ ਮਸੰਦ ਨੇ, ਮਸੰਦ ਲੋਕਾਂ ਨਾਲ ਜ਼ਿਆਦਤੀ ਕਰਦੇ ਨੇ, ਠੱਗੀ ਮਾਰਦੇ ਨੇ, ਇਹ ਅੱਜ ਦੇ ਸਾਧ ਉਸ ਤਰ੍ਹਾਂ ਦੇ ਮਸੰਦ ਨੇ। ਮਸੰਦ ਲਫ਼ਜ਼ ਜਿਹੜਾ ਨਾ ਅਸੀਂ ਮੰਨਤਾਂ ਵਾਸਤੇ ਹੀ ਵਰਤੇ, ਜਿਨ੍ਹਾਂ ਨੇ ਗੁਰਦੁਆਰਿਆਂ ਦੇ ਉੱਤੇ ਕਬਜ਼ਾ ਕੀਤਾ ਸੀਗਾ। ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਤੇ 1920 ਵਿੱਚ ਅਕਾਲੀ ਲਹਿਰ, ਗੁਰਦੁਆਰਾ ਸੁਧਾਰ ਲਹਿਰ ਲੈ ਕੇ ਚਲਾ ਕੇ ਉਹਨਾਂ ਕੋਲੋਂ ਆਜ਼ਾਦੀ ਲਈ ਸਿੱਖ ਸਭਾ ਲਹਿਰ ਨੇ ਇਸ ਜਿਹੜੇ ਮੰਨਤਾਂ ਨੂੰ ਐਕਸਪੋਜ਼ ਕੀਤਾ। ਤਾਂ ਇਹ ਸਾਰੇ ਮੰਨਤ ਜਿਹੜੇ ਸਨ ਉਹ ਮਸੰਦ ਇਸ ਤਰ੍ਹਾਂ ਦਾ ਕਰਨ ਲੱਗ ਪਏ ਸਨ ਵੀ ਲੋਕਾਂ ਕੋਲੋਂ ਪੈਸੇ ਇਕੱਠੇ ਕਰਨੇ ਤੇ ਅਯਾਸ਼ੀ ਕਰਨੀ ਚਾਹੀਦੇ ਆ। ਅੱਜ ਵੀ ਸਾਧ ਕਰਦੇ ਨੇ ਵੀ ਤੁਹਾਡੇ ਪੈਸਿਆਂ ਦੇ ਉੱਤੇ ਉਹ ਸਾਰਾ ਆਪਣੀ ਜ਼ਿੰਦਗੀ ਦੀ ਅਯਾਸ਼ੀ ਕਰਦੇ ਆ, ਵੱਡੀਆਂ ਵੱਡੀਆਂ ਕਾਰਾਂ 'ਚ ਘੁੰਮਦੇ, ਵੱਡੇ ਵੱਡੇ ਮਹਿਲਾਂ ਵਿੱਚ ਰਹਿੰਦੇ ਆ, ਇਹੀ ਮਸੰਦ ਕਰਨ ਲੱਗ ਪਏ ਸਨ। तो जी उन्हें नकल लाई तो वो मसंदा दियाँ जड़ा जिंदगी का तरीका सी आम सिखा नाल किस तरह करते सन वो दसिया। तो गुरु साहब ने जो ये वेखी नकल तो गुरु साहब ने पूछा भी कि ये सच्ची मुच्ची हुंदा है तो कहन लगे हाँ ये सच हुंदा है तुहाडी असीं संग करके तुहाडे कोल ये जिहड़ी शिकायत नहीं सी कर सकदे। तो गुरु साहब ने उस वेले फिर ऐलान किया भी सारे मसंद जिहड़े ने उन्हां नूं पेश किया जाए। तो सारे दे सारे मसंद आए आ, उन्हां चों 5 मसंद ऐसे निकले ਜਿਹੜੇ कि बहुत वधिया लोग सन जिन्हां विच तुसीं भाई फेरू का नाम सुनिया होएगा। भाई फेरू का नाम सच संगत सिंह सीगा तो भाई संगतिया भी कहते उसनूं। तो ये इस तरह के लोग जिन्हें सन दुर्गादास चौहान सीगा दिल्ली दे विचों सीगा, भाई करियाना का परिवार सीगा। ये 5 लोग जिहड़े सन सही निकले ते बाकी जिहड़े सन उन्हां विचों बहुत सारे माड़े निकले, कोई घट माड़े निकले। उन्होंने ने सजावां दित्तियां। तुसीं अनंदपुर साहब च जेकर गुरुद्वारा जिथे सीसगंज है जिथे गुरु तेग बहादुर साहब के सीस का संस्कार किया गया सीगा उहदे नाल देखो तो एक खूह है, उस खूह के बारे उत्ते तुहानूं उत्थे लिखी इबारत मिलेगी। हालांकि उस इबारत में अर्थ कथनी ज्यादा है भी इत्थे जिहड़े मसंद सी उन्हां नूं सजा दित्ती गई, उन्होंने साड़िया गया वाली गल जिहड़ी ओह बाद विच शामिल कर दित्ती गई है। हिस्टरी विच आम तौर पर हुंदा है भी साडे एक जिस तरह कोई तुहानूं किसी नूं कोई कहानी दसे ਉਹ ਤੁਸੀਂ ਕਹਾਣੀ ਅਗਰ ਦੂਜੇ ਨੂੰ ਦੱਸਦੇ ਹੋ ਤਾਂ ਉਹਦੇ 'ਚ ਥੋੜਾ ਜਿਹਾ ਫਰਕ ਆ ਜਾਂਦਾ ਹੈ, ਕਿਉਂਕਿ ਤੀਜੇ ਨੂੰ ਉਹ ਦੱਸਦਾ ਤਾਂ ਉਹਦੇ 'ਚ ਫਿਰ ਫਰਕ ਆ ਜਾਂਦਾ ਹੈ, ਉਹ ਚੌਥੇ ਨੂੰ ਦੱਸਦਾ ਹੈ ਤੇ ਅਖੀਰ ਤੇ ਜਾ ਕੇ ਕਹਾਣੀ ਵਿੱਚ ਇੰਨੀਆਂ ਗੱਪਾਂ ਸ਼ਾਮਿਲ ਹੋ ਜਾਂਦੀਆਂ ਨੇ। ਸਿੱਖ ਹਿਸਟਰੀ ਨਾਲ ਵੀ ਇਹ ਜ਼ਿਆਦਤੀ ਹੋਈ ਹੈ। ਜਿਹੜਾ
ਇਤਿਹਾਸ ਹੈ ਉਹਦੇ ਵਿੱਚ ਮਿਥਾਸ ਸ਼ਾਮਿਲ ਕਰ ਦਿੱਤਾ ਗਿਆ। ਮਿਥਾਸ ਦੇ ਵਿੱਚ ਆ ਕੇ ਹੋਰ ਕਲਪਨਾ ਦੀਆਂ ਕਹਾਣੀਆਂ ਸ਼ਾਮਿਲ ਕਰ ਦਿੱਤੀਆਂ ਗਈਆਂ। ਤੁਹਾਨੂੰ ਸਾਰੀ ਸਿੱਖ ਹਿਸਟਰੀ 'ਚ ਇਸ ਤਰ੍ਹਾਂ ਦੀਆਂ ਚੀਜ਼ਾਂ ਮਿਲ ਗਈਆਂ, ਹਰ ਧਰਮ ਵਿੱਚ ਹੁੰਦੀਆਂ ਨੇ। ਮੈਂ ਇਸ ਗੱਲੋਂ ਯਹੂਦੀਆਂ ਦੀ ਤਾਰੀਫ ਕਰਨੋਂ ਨਹੀਂ ਰਹਿ ਸਕਦਾ। ਜਦੋਂ ਇਸਰਾਈਲ ਬਣਿਆ 1948 ਵਿੱਚ, ਤੇ ਉਹਨਾਂ ਨੇ ਇੱਕ ਡਿਪਾਰਟਮੈਂਟ ਕਾਇਮ ਕੀਤਾ, ਮਹਿਕਮਾ ਡਾਇਰੈਕਟੋਰੇਟ ਕਾਇਮ ਕੀਤਾ, ਜਿਹੜਾ ਯਹੂਦੀਆਂ ਦੀ ਹਿਸਟਰੀ ਨੂੰ ਜਿਹੜਾ ਠੀਕ ਲਿਖਵਾਏਗਾ। ਪਤਾ ਨਹੀਂ ਕਿੰਨੇ ਮਿਲੀਅਨ ਦਾ ਪ੍ਰੋਜੈਕਟ ਸੀ ਉਦੋਂ। ਅਸੀਂ ਤਾਂ ਕਹਿੰਦੇ ਆ ਵੀ ਜੇਕਰ ਸਿੱਖ ਹਿਸਟਰੀ ਵਿੱਚ ਕੋਈ ਗਲਤ ਗੱਲ ਕੱਢਣ ਲੱਗਦਾ ਹੈ, ਉਹ ਠੀਕ ਕਰਨ ਲੱਗਦਾ ਹੈ, ਤੇ ਅਸੀਂ ਤਾਂ ਉਹਦੇ ਖਿਲਾਫ ਜਿਹੜੇ ਡਾਂਗਾ ਚੁੱਕ ਕੇ ਖੜੇ ਹੋ ਜਾਂਦੇ ਆ, ਫਤਵੇ ਜਾਰੀ ਕਰਨੇ ਸ਼ੁਰੂ ਕਰ ਦਿੰਦੇ ਆ, ਔਰ ਉਹਨਾਂ ਨੂੰ ਜਿਹੜਾ ਸਾਰੇ ਪਾਸਿਓਂ ਹਮਲਾ ਕਰਨਾ ਸ਼ੁਰੂ ਕਰ ਦਿੰਦੇ ਆ। ਉਹਨਾਂ ਨੇ ਇੰਨੇ ਮਿਲੀਅਨ ਡਾਲਰ ਖਰਚ ਕੇ ਆਪਣੀ ਹਿਸਟਰੀ ਠੀਕ ਕਰਾਈ, ਜਦ ਕਿ ਜ਼ਰੂਰਤ ਸਿੱਖਾਂ ਨੂੰ ਵੀ ਸੀਗੀ ਕਿ ਅਸੀਂ ਵੀ ਇਹ ਜਿਹੜਾ ਕੁਛ ਹੈ ਸਾਡੇ ਜੋ ਕੁਝ, ਤੁਸੀਂ ਜੇਕਰ ਤੁਹਾਨੂੰ ਕੋਈ ਸਮਝ ਆਉਂਦੀ ਹੈ, ਸਾਡੇ ਕੋਲ ਸੰਤੋਖ ਸਿੰਘ ਦੀ ਹਿਸਟਰੀ ਅਸੀਂ ਪੜ੍ਹਦੇ ਹਾਂ। ਸੰਤੋਖ ਸਿੰਘ ਦੀ ਹਿਸਟਰੀ ਪੜ੍ਹਦੇ ਹਾਂ, ਜੇਕਰ ਤੁਸੀਂ ਸੱਚਮੁੱਚ ਉਹਨੂੰ ਪੜ੍ਹ ਲਓ ਤੇ ਸਿੱਖੀ ਮੰਨ ਲਓ, ਤੇ ਤੁਹਾਨੂੰ ਗੁਰੂ ਸਾਹਿਬ ਜਿਹੜੇ ਬੜੇ ਮਾੜੇ ਨਜ਼ਰ ਲਾਉਣੇ। 6ਵੇਂ ਗੁਰੂ ਦੇ ਉੱਤੇ ਬਾਰੇ ਇਹਨੇ ਘਟੀਆ ਲਫ਼ਜ਼ ਵਰਤੇ ਆ, 10ਵੇਂ ਗੁਰੂ ਤੇ ਵਰਤੇ ਆ, 9ਵੇਂ ਗੁਰੂ ਤੇ ਵਰਤੇ, ਇਹੋ ਜਿਹੇ ਏਡੇ ਮਾੜੇ ਲਫ਼ਜ਼ ਉਸਨੇ ਵਰਤੇ ਆ, ਕਹਾਣੀਆਂ ਗੱਪਾਂ, ਜਿੱਥੇ ਉਹਨੂੰ ਨਹੀਂ ਲੱਭਿਆ ਕਿਤੇ ਗੁਰੂ ਸਾਹਿਬ ਨੂੰ ਭੋਰੇ 'ਚ ਵਾੜਤਾ, ਕਿਸੇ ਗੁਰੂ ਸਾਹਿਬ ਦੇ 4 ਵਿਆਹ ਕਰਦੇ, ਕੋਈ ਇਹੋ ਜਿਹੀਆਂ ਗੱਪਾਂ ਜਿਹੜੀਆਂ ਨੇ ਨਾ ਸੰਤੋਖ ਸਿੰਘ ਤੇ ਗਿਆਨ ਸਿੰਘ, ਥੋੜ੍ਹੀਆਂ ਜਿਹੀਆਂ ਸਿੰਘ ਭੰਗੂ ਨੇ ਵੀ, ਹਾਲਾਂਕਿ ਸ਼ੁਰੂ ਇਹ ਜਿਹੜੀ ਕੀਤੀ ਸੀਗੀ ਉਹ ਮਹਿਮਾ ਪ੍ਰਕਾਸ਼ ਰੂਪ ਦਾਸ ਭੱਲਾ ਨੇ ਲਿਖੀ ਸੀ, ਹਾਲਾਂਕਿ ਗੁਰੂ ਅਮਰਦਾਸ ਸਾਹਿਬ ਦੇ ਖਾਨਦਾਨ ਵਿੱਚੋਂ ਸੀਗਾ। ਪਰ ਗੱਪਾਂ ਜਦੋਂ ਮਾਰਨ ਲੱਗਦੇ ਨਾ, ਜਦੋਂ ਉਹਨੂੰ ਕੁਛ ਨਹੀਂ ਲੱਭਦਾ ਨਾ ਕੁਛ ਪੀਰੀਅਡ ਵਿੱਚ, ਤੇ ਜਿੱਦਾਂ ਮੈਂ ਤੁਹਾਨੂੰ ਛੋਟੀ ਜਿਹੀ ਮਿਸਾਲ ਦਿੰਦਾ ਗੁਰੂ ਤੇਗ ਬਹਾਦਰ ਸਾਹਿਬ ਦੀ। ਗੁਰੂ ਤੇਗ ਬਹਾਦਰ ਸਾਹਿਬ ਦਾ ਸੰਤੋਖ ਸਿੰਘ ਨੂੰ ਕੁਛ ਨਹੀਂ ਲੱਭਿਆ, 12-14 ਸਾਲ ਦੇ ਜੋ ਕੀ ਹੋਇਆ, ਉਹ ਕਹਿੰਦੇ ਭੋਰੇ 'ਚ ਭਗਤੀ ਕਰਦੇ ਰਹੇ ਹੋਣਗੇ, ਆਪਣੇ ਕੋਲੋਂ ਬਣਾਤਾ। ਹਾਲਾਂਕਿ ਇਹ ਜਿਹੜੇ 1656 ਤੋਂ 1664 ਤੱਕ ਗੁਰੂ ਤੇਗ ਬਹਾਦਰ ਸਾਹਿਬ ਅਸਾਮ, ਬੰਗਾਲ, ਬਿਹਾਰ ਵਿੱਚ ਧਰਮ ਪ੍ਰਚਾਰ ਕਰਦੇ ਰਿਹਾ। 1666 ਤੋਂ 1670 ਤੱਕ ਫਿਰ ਧਰਮ ਪ੍ਰਚਾਰ ਕਰਦੇ ਰਿਹਾ। ਉਹ 12 ਸਾਲ ਉੱਥੇ ਧਰਮ ਪ੍ਰਚਾਰ ਕਰ ਰਹੇ ਨੇ, ਤੇ ਭਾਈ ਸੰਤੋਖ ਸਿੰਘ ਨੂੰ ਕਿਉਂਕਿ ਹਿਸਟਰੀ ਨਹੀਂ ਲੱਭੀ, ਉਹਨੇ ਕਿਹਾ ਵੀ ਚਲੋ ਪੂਰੇ 'ਚ ਭਗਤੀ ਕਰਦੇ ਵਾਸਤੇ ਵਾੜ ਦਿਓ। ਇਸ ਤਰ੍ਹਾਂ ਸਾਡੇ ਕੋਲ ਜਿਹੜੀਆਂ ਨੇ ਇਹਨਾਂ ਹਿਸਟੋਰੀਅਨਸ ਨੇ ਇਸ ਤਰ੍ਹਾਂ ਸਾਡੇ ਨਾਲ ਜ਼ਿਆਦਤੀ ਕੀਤੀ ਹੈ, ਤਾਂ ਇਹ ਸਾਨੂੰ ਠੀਕ ਕਰਨ ਦੀ ਜ਼ਰੂਰਤ ਹੈ। ਖੈਰ ਗੱਲ ਕਰ ਰਿਹਾ ਸਾਂ ਗੁਰੂ ਗੋਬਿੰਦ ਸਿੰਘ ਸਾਹਿਬ ਵੇਲੇ, ਜਦੋਂ ਉਹਨਾਂ ਨੇ ਮਸੰਦ ਦੇਖਿਆ ਇਸ ਤਰ੍ਹਾਂ ਦੇ ਅਰਥਾਂ ਕਰਦੇ, 5 ਮਸੰਦ ਠੀਕ ਨਿਕਲੇ, ਬਾਕੀ ਮਸੰਦ ਜਿਹੜੇ ਨੇ ਉਹ ਗਲਤ ਨਿਕਲੇ, ਉਹਨਾਂ ਨੂੰ ਸਜ਼ਾਵਾਂ ਦਿੱਤੀਆਂ। ਤੇ ਨਾਲ ਹੀ ਗੁਰੂ ਸਾਹਿਬ ਨੇ ਕਹਿਤਾ ਵੀ ਇਸ ਤੋਂ ਬਾਅਦ ਮਸੰਦ ਪਰੰਪਰਾ ਖਤਮ ਕਰ ਦਿੱਤੀ ਜਾਏਗੀ, ਕੋਈ ਮਸੰਦ ਨਹੀਂ ਰਹੇਗਾ, ਚੰਗੇ ਜਿਹੜੇ ਨੇ ਉਹ ਵੀ ਖਤਮ, ਮਸੰਦ ਦਾ ਸਿਸਟਮ ਹੀ ਖਤਮ ਕਰਤਾ। ਮਸੰਦ ਦਾ ਸਿਸਟਮ ਗੁਰੂ ਰਾਮਦਾਸ ਸਾਹਿਬ ਨੇ ਸ਼ੁਰੂ ਕੀਤਾ ਸੀ। ਕਿਉਂ ਸ਼ੁਰੂ ਕੀਤਾ ਸੀਗਾ? ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸ ਕੇ ਹਟਿਆ ਬਈ ਮੋਹਸਿਨ ਫਾਨੀ ਜਿਹੜਾ ਤੁਸੀਂ ਨਾਂ ਲੈਂਦੇ ਹੋ, ਜ਼ੁਲਫਕਾਰ ਅਰਦਸਤਾਨੀ ਲਿਖਦਾ ਹੈ ਬਈ ਕੋਈ ਐਸੀ ਥਾਂ ਨਹੀਂ ਸੀ, ਕੋਈ ਐਸਾ ਨਗਰ ਪਿੰਡ ਨਹੀਂ ਸੀ ਜਿੱਥੇ ਗੁਰੂ ਨਾਨਕ ਨਾਮ ਲੇਵਾ ਸਿੱਖ ਨਹੀਂ ਹੁੰਦੇ ਸਨ। ਤੇ ਹੁਣ ਸਾਰੇ ਦੇ ਸਾਰੇ ਸਿੱਖਾਂ ਦਾ ਗੁਰੂ ਦੇ ਨਾਲ ਸਿੱਧਾ ਰਾਬਤਾ ਕਰਨਾ ਕਿੰਨਾ ਮੁਸ਼ਕਿਲ ਹੋ ਜਾਏਗਾ। ਇਹ ਤੁਸੀਂ ਆਪਣੇ ਆਪ ਅੰਦਾਜ਼ਾ ਲਾ ਸਕਦੇ ਹੋ ਵੀ ਉਦੋਂ ਜੇਕਰ 5 ਲੱਖ ਸਿੱਖ ਹੈ, ਤੇ 5 ਲੱਖ ਸਿੱਖ ਦਾ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਸਿੱਧਾ ਰਾਬਤਾ ਬੜਾ ਮੁਸ਼ਕਿਲ ਹੋ ਸਕਦਾ ਸੀਗਾ। ਗੁਰੂ ਰਾਮਦਾਸ ਸਾਹਿਬ ਵੇਲੇ ਇਹ ਜਿਹੜਾ ਸ਼ੁਰੂ ਹੋ ਚੁੱਕਾ ਸੀਗਾ, ਤੇ ਇਸ ਕਰਕੇ ਉਹਨਾਂ ਨੇ ਇੱਕ ਇਲਾਕੇ 'ਚ ਇੱਕ ਬੰਦੇ ਦੀ ਡਿਊਟੀ ਲਾਈ ਸੀ ਵੀ ਉਹ ਸੰਗਤਾਂ ਦੇ ਕੋਲੋਂ ਦਸਵੰਧ ਇਕੱਠਾ ਕਰਕੇ ਗੁਰੂ ਸਾਹਿਬ ਨੂੰ ਪਹੁੰਚਾਏਗਾ। ਤੇ ਜਿਸ ਥਾਂ ਤੇ ਜ਼ਰੂਰਤ ਹੋਵੇਗੀ, ਇੱਕ ਖਿਆਲ ਰੱਖਿਓ, ਅਸੀਂ ਅੱਜ ਆਪਣੇ ਗੁਆਂਢੀਆਂ ਦਾ ਖਿਆਲ ਨਹੀਂ ਕਰਦੇ। ਸਿੱਖੀ ਵਿੱਚ ਅਸੂਲ ਸੀ ਵੀ ਜਿਹੜਾ ਦਸਵੰਧ ਹੈ ਉਹ ਸਾਰਾ ਗੁਰੂ ਕੋਲ ਆਉਂਦਾ ਸੀਗਾ, ਤੇ ਜਦੋਂ ਪਤਾ ਲੱਗਦਾ ਸੀ ਵੀ ਫਲਾਣਾ ਸਿੱਖ ਕਮਜ਼ੋਰ ਹੈ, ਉਸ ਦੀ ਬੱਚੀ ਦੀ ਸ਼ਾਦੀ ਹੈ ਜਾਂ ਉਸਦਾ ਘਰ ਢੱਠ ਗਿਆ ਹੈ, ਉਹਦੀ ਫਸਲ ਖਰਾਬ ਹੋ ਗਈ ਹੈ, ਤੇ ਉੱਥੋਂ ਪੈਸੇ ਜਾਇਆ ਕਰਦੇ ਸਨ। ਇੱਕ ਬੜਾ ਵੱਡਾ ਸਿਸਟਮ ਬਣਿਆ ਹੋਇਆ ਸੀਗਾ, ਮਸੰਦਾਂ ਦੇ ਥਰੂ ਆਇਆ ਕਰਦੇ ਸਨ ਤੇ ਜਾਇਆ ਕਰਦੇ ਸਨ। ਤੇ ਨਾਲ ਦੇ ਘਰ 'ਚ ਸਿੱਖ ਗਰੀਬ ਨਹੀਂ ਸੀ ਰਹਿ ਸਕਦਾ। ਅਸੀਂ ਜੇਕਰ ਸਾਡੇ ਘਰ ਦੇ ਨਾਲ ਦੇ ਘਰ ਵਿੱਚ ਕਿਸੇ ਗਰੀਬ ਦੇ ਬੱਚੇ ਕੋਲ ਐਜੂਕੇਸ਼ਨ ਨਹੀਂ ਹੈ, ਰੋਟੀ ਨਹੀਂ ਹੈ, ਤੇ ਅਸੀਂ ਚੁੱਪ ਕਰਕੇ ਖਾ ਪੀ ਕੇ ਸੌ ਜਾਂਦੇ ਹਾਂ, ਤੇ ਅਸੀਂ ਗੁਰੂ ਨਾਨਕ ਦੇ ਸਿੱਖ ਨਹੀਂ ਹਾਂ। ਘੱਟੋ ਘੱਟ ਗੁਰੂ ਨਾਨਕ ਦੀ ਸਿੱਖੀ ਜਿਹੜੀ ਇਹ ਸੀ, ਮਸੰਦ ਸਿਸਟਮ ਇਸ ਕਰਕੇ ਕਾਇਮ ਕੀਤਾ ਗਿਆ ਸੀਗਾ ਵੀ ਜਿਸ ਨੂੰ ਲੋੜਵੰਦ ਨੂੰ ਜ਼ਰੂਰਤ ਹੋਵੇਗੀ ਉਸ ਨੂੰ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਜਿਹੜਾ ਹੈ ਉਹ ਬਖਸ਼ਿਸ਼ ਹੋਵੇਗੀ, ਜਿਹੜੀ ਕਿ ਉਹਦੀ ਜ਼ਰੂਰਤ ਪੂਰੀ ਕੀਤੀ ਜਾਏਗੀ। ਇਸ ਤਰ੍ਹਾਂ ਇਸ ਵਾਸਤੇ ਮਸੰਦ ਸਿਸਟਮ ਸ਼ੁਰੂ ਕੀਤਾ ਗਿਆ ਸੀਗਾ, ਔਰ ਬੜੀ ਕਾਮਯਾਬੀ ਨਾਲ ਚੱਲਦਾ ਰਿਹਾ। ਫਿਰ ਆਮ ਤੌਰ ਤੇ ਹੁੰਦਾ ਹੀ ਹੈ ਵੀ ਅੰਗਰੇਜ਼ੀ ਦੀ ਇੱਕ ਕਹਾਵਤ ਹੈ, old order changeth yielding place to new, lest one good custom should corrupt the world।
ਹਮੇਸ਼ਾ ਹੁੰਦਾ ਹੈ, ਭਾਵੇਂ ਇੱਕ ਚੰਗੀ ਰਿਵਾਇਤ ਚਲਦੀ ਵੀ ਹੋਵੇ ਦੁਨੀਆ ਵਿੱਚ ਤੇ ਉਹਦੇ ਚ ਕਰਪਸ਼ਨ ਆ ਜਾਣਾ ਵੱਡੀ ਗੱਲ ਨਹੀਂ ਹੋ ਜਾਇਆ ਕਰਦੀ ਹੈ, ਕਿਸੇ ਵੀ ਥਾਂ ਤੇ ਹੋ ਸਕਦੀ ਹੈ। ਕਿਉਂਕਿ ਮੰਨ ਲਓ ਇੱਕ ਮਸੰਦ ਹੈ, ਉਸ ਤੋਂ ਬਾਅਦ ਉਸਦੇ ਬੱਚੇ ਨੂੰ ਡਿਊਟੀ ਦੇ ਦਿੱਤੀ ਗਈ ਹੈ, ਉਹ ਬੱਚਾ ਉਹੋ ਜਿਹੀਆਂ ਕੁਆਲਿਟੀਜ਼ ਵਾਲਾ ਨਹੀਂ ਹੋ ਸਕਦਾ। ਉਸ ਤੋਂ ਬਾਅਦ ਉਹਦਾ ਪੋਤਰਾ ਜਿਹੜਾ ਉਹਦੀ ਕੁਆਲਿਟੀਜ਼ ਵਾਲਾ ਨਹੀਂ ਹੋ ਵੀ ਸਕਦੇ ਨੇ, ਨਹੀਂ ਵੀ ਹੋ ਸਕਦੇ। ਤਾਂ ਇਸ ਤਰ੍ਹਾਂ ਜਦੋਂ ਨਹੀਂ ਹੋ ਸਕਦੇ ਉੱਥੇ ਆ ਕੇ ਉਹਦੇ 'ਚ ਖਰਾਬੀਆਂ ਹੁੰਦੀਆਂ ਨੇ। ਇਹ ਮਸੰਦ ਸਿਸਟਮ ਵਿੱਚ ਇੱਥੇ ਆ ਕੇ ਖਰਾਬੀਆਂ ਹੋਈਆਂ ਸਨ ਤੇ ਇਸ ਸਿਸਟਮ ਨੂੰ ਗੁਰੂ ਸਾਹਿਬ ਨੇ ਦੇਖ ਕੇ ਵੀ ਇਸ ਨੂੰ ਖਤਮ ਕਰਨਾ ਜਿਹੜਾ ਹੈ ਜ਼ਰੂਰੀ ਹੈ, ਔਰ ਇਹਦੀ ਥਾਂ ਤੇ ਨਵਾਂ ਸਿਸਟਮ ਜਿਹੜਾ ਹੈ ਉਹ ਕਿਵੇਂ ਬਣਾਇਆ ਜਾਏਗਾ ਇਹ ਬਾਅਦ ਦੀ ਗੱਲ ਸੀ। ਤਾਂ ਉਹਨਾਂ ਨੇ ਉਸ ਵੇਲੇ ਐਲਾਨ ਕੀਤਾ ਵੀ ਅੱਗੇ ਤੋਂ ਕੋਈ ਮਸੰਦ ਨਹੀਂ ਹੋਏਗਾ, ਸਿੱਖਾਂ ਦਾ ਸਿੱਧਾ ਰਾਬਤਾ ਗੁਰੂ ਨਾਲ ਹੋਇਆ ਕਰੇਗਾ। ਸਾਰੇ ਜਿਹੜੇ ਨੇ ਉਹ ਗੁਰੂ ਦਾ ਖਾਲਸਾ ਹੋਣਗੇ, ਉਹ ਅਕਾਲ ਪੁਰਖ ਦਾ ਖਾਲਸਾ ਨੇ, ਗੁਰੂ ਨਾਲ ਸਿੱਧੇ ਸੰਬੰਧਿਤ ਹੋਣਗੇ। ਇਹ ਸੀ ਇਹਦਾ ਪਿਛੋਕੜ ਵੀ ਕਿਵੇਂ ਉਹਨਾਂ ਨੇ ਇਹ ਕੀਤਾ। ਇਹ ਦੋ ਘਟਨਾਵਾਂ ਇਹਦੇ ਨਾਲ ਜੁੜੀਆਂ ਹੋਈਆਂ। ਇੱਕ ਸੀਸ ਭੇਟ ਕੌਤਕ ਹੈ, ਉਹ ਅਲੱਗ ਚੀਜ਼ ਹੈ, ਉਹ ਤੁਹਾਨੂੰ ਮੈਂ ਹੁਣੇ ਸਾਂਝੀ ਕਰਾਂਗਾ। ਇੱਕ ਲਾਈਨ ਸਾਡੇ ਕੋਲ ਆਉਂਦੀ ਹੈ, ਗੁਰ ਸੰਗਤ ਕੀਨੀ ਖਾਲਸਾ। ਗੁਰੂ ਸਾਹਿਬ ਨੇ ਸਾਰੀ ਸੰਗਤ ਨੂੰ ਖਾਲਸਾ ਕਰ ਦਿੱਤਾ। ਖਾਲਸਾ ਦਾ ਮਤਲਬ ਕੀ ਹੈ? ਤੁਹਾਡੇ ਚੋਂ ਸ਼ਾਇਦ ਕੋਈ ਜਾਣਦੇ ਵੀ ਹੋਣਗੇ। ਖਾਲਸਾ ਅਰਬੀ ਦਾ ਲਫ਼ਜ਼ ਹੈ, ਅਰਬੀ ਤੋਂ ਫਾਰਸੀ ਚ ਤੇ ਫਾਰਸੀ ਚੋਂ ਸਾਡੇ ਪੰਜਾਬੀ ਚ ਆਇਆ ਹੈ। ਖਾਲਸਾ ਤੁਸੀਂ ਆਮ ਤੌਰ ਤੇ ਖਾਲਸ ਕਹਿ ਦਿੰਦੇ ਹੋ, ਐਕਚੁਅਲੀ ਰੂਟ ਇਹਦੀ ਜੜ ਜਿਹੜੀ ਹੈ ਨਾ, ਮੂਲ ਜਿਹੜਾ ਹੈ ਉਹ ਸ਼ਾਇਦ ਖਾਲਸ ਹੀ ਹੈ। ਪਰ ਜਦੋਂ ਖਾਲਸਾ ਗੁਰੂ ਸਾਹਿਬ ਨੇ ਪ੍ਰਗਟ ਕੀਤਾ ਹੈ ਤੇ ਉਹਦਾ ਮਤਲਬ ਇਹ ਸੀਗਾ ਉਸ ਜ਼ਮਾਨੇ ਵਿੱਚ ਜਿੰਨੀ ਸਾਰੀ ਜ਼ਮੀਨ ਹੁੰਦੀ ਸੀ, ਮੁਗਲ ਬਾਦਸ਼ਾਹ, ਕਿਉਂਕਿ ਮੁਗਲਾਂ ਦਾ ਰਾਜ ਸੀਗਾ, ਮੁਗਲ ਬਾਦਸ਼ਾਹ ਨੇ ਉਹ ਕੁਝ ਜ਼ਮੀਨ ਦਿੱਤੀ ਹੁੰਦੀ ਸੀ ਸੂਬੇਦਾਰ ਨੂੰ, ਕੁਝ ਫੌਜਦਾਰ ਨੂੰ, ਕੁਝ ਜਗੀਰਦਾਰ ਨੂੰ, ਕੁਝ ਮਨਸਬਦਾਰ ਨੂੰ ਤੇ ਕੁਝ ਪਿੰਡ ਦੇ ਚੌਧਰੀ ਨੂੰ, ਜਿਹੜਿਆਂ ਨੂੰ ਰਜਵਾੜੇ ਜਾਂ ਰਾਜੇ ਕਿਹਾ ਕਰਦੇ ਸਨ, ਜ਼ਿਮੀਦਾਰ ਵੀ ਕਿਹਾ ਕਰਦੇ ਸਨ। ਤੁਹਾਨੂੰ ਜੇਕਰ ਕਿਤੇ ਪਹਾੜੀ ਰਿਆਸਤਾਂ ਦੀ ਜੇ ਤੁਸੀਂ ਹਿਸਟਰੀ ਪੜ੍ਹੋ ਤੇ ਤੁਹਾਨੂੰ ਉਹਦੇ 'ਚ ਨਜ਼ਰ ਆਏਗਾ ਵੀ ਜ਼ਿਮੀਦਾਰ, ਜਿਹੜਾ ਬਿਲਾਸਪੁਰ ਦਾ ਜ਼ਿਮੀਦਾਰ, ਨਾਹਨ ਦਾ ਜ਼ਿਮੀਦਾਰ, ਰਾਜਾ ਨਹੀਂ ਲਿਖਦੇ ਸਨ ਕਿਉਂਕਿ ਉਹ ਉਹਨਾਂ ਨੂੰ ਛੋਟਾ ਸਾਬਤ ਕਰਨਾ ਚਾਹੁੰਦੇ ਸਨ। ਤੋਂ ਪਰ ਕੁਝ ਜ਼ਮੀਨ ਐਸੀ ਹੋਇਆ ਕਰਦੀ ਸੀ ਜਿਹੜੀ ਬਾਦਸ਼ਾਹ ਦੀ ਆਪਣੀ ਹੁੰਦੀ ਸੀ, ਉਹਦੇ ਕਿਤੇ ਕਿਸੇ ਦਾ ਕੰਟਰੋਲ ਨਹੀਂ ਹੈ, ਉਹਦੇ ਤੇ ਕੋਈ ਟੈਕਸ ਨਹੀਂ ਹੈ, ਉਹ ਆਜ਼ਾਦ ਜ਼ਮੀਨ ਹੈ। ਉਸ ਜ਼ਮੀਨ ਨੂੰ ਖਾਲਸਾ ਕਿਹਾ ਕਰਦੇ ਸਨ। ਤੁਸੀਂ ਮੁਗਲਾਂ ਦੀ ਹਿਸਟਰੀ ਜਾਂ ਮੁਗਲਾਂ ਦੇ ਰਿਕਾਰਡ ਜਿਹੜੇ ਸਾਡੇ ਕੋਲ ਅੱਜ ਵੀ ਮੌਜੂਦ ਨੇ, ਪੁਰਾਣੀਆਂ ਕਿਤਾਬਾਂ ਪੜ੍ਹੋ ਤੇ ਉਹਦੇ ਤੁਹਾਨੂੰ ਸਾਫ਼ ਨਜ਼ਰ ਆਏਗਾ ਵੀ ਉਹ ਖਾਲਸਾ ਜ਼ਮੀਨ ਹੈ, ਯਾਨੀ ਬਾਦਸ਼ਾਹ ਦੀ ਸਿੱਧੀ ਹੈ। ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸੰਗਤ ਨੂੰ ਸਿੱਧਾ ਆਪਣੇ ਨਾਲ ਸੰਬੰਧਿਤ ਕਰ ਲਿਆ, ਵਿੱਚੋਂ ਮਸੰਦ ਸਿਸਟਮ ਖਤਮ ਕਰ ਦਿੱਤਾ। ਹਰ ਇੱਕ ਖਾਲਸਾ ਹੈ। ਅਸੀਂ ਆਮ ਤੌਰ ਤੇ ਉਹ ਕਹਿੰਦੇ ਨੇ ਖਾਲਸਾ ਜਿਹੜੇ ਖੰਡੇ ਦੀ ਬੋਲ ਲਈ ਹੋਈ ਹੈ, ਜਿਹਨੂੰ ਅਸੀਂ ਦੂਜੀ ਬੋਲੀ 'ਚ ਕਹਿੰਦੇ ਰੱਬ ਅੰਮ੍ਰਿਤ ਛਕਿਆ, ਉਹੀ ਖਾਲਸਾ ਨਹੀਂ। ਖਾਲਸਾ ਉਹ ਹੈ ਜਿਹੜਾ ਅਕਾਲ ਪੁਰਖ ਨਾਲ ਸਿੱਧਾ ਸੰਬੰਧਿਤ ਹੈ, ਜਿਹੜਾ ਵਿਚਕਾਰ ਕਿਸੇ ਨੂੰ ਨਹੀਂ ਮੰਨਦਾ। ਉਹਨੇ ਬੋਲ ਲਈ ਹੈ ਕਿ ਨਹੀਂ, ਉਹਨੇ ਕੇਸ ਰੱਖੇ ਨੇ ਕਿ ਨਹੀਂ, ਉਹਦਾ ਨਾਮ ਸਿੰਘ ਹੈ ਕਿ ਨਹੀਂ, ਇਹ ਵੀ ਕੋਈ ਜ਼ਰੂਰੀ ਨਹੀਂ ਹੈ। ਜਿਹੜਾ ਅਕਾਲ ਪੁਰਖ ਨਾਲ ਸਿੱਧਾ ਸੰਬੰਧਿਤ ਹੈ ਉਹ ਖਾਲਸਾ ਹੈ। ਜਿਹੜਾ ਖਾਲਸਾ ਗੁਰੂ ਸਾਹਿਬ ਨੇ ਪ੍ਰਗਟ ਕੀਤਾ ਸੀ ਉਹਦਾ ਅਰਥ ਤਾਂ ਇਹ ਹੈ। ਅਸੀਂ ਖਾਲਸੇ ਦਾ ਮਤਲਬ ਬਿਲਕੁਲ ਹਰਗਿਜ਼ ਨਹੀਂ ਹੈ ਬਈ ਜਿਹਨੇ 5 ਕਕਾਰ ਰੱਖੇ, ਕੇਸ ਰੱਖੇ, ਬਿਲਕੁਲ ਕਿਤੇ ਨਹੀਂ ਹੈ। ਤੁਸੀਂ ਦੇਖੋ ਗੁਰੂ ਸਾਹਿਬ ਦੇ ਵੇਲੇ ਜਿਹੜੀਆਂ ਸਾਡੇ ਕੋਲ ਹੁਕਮਨਾਮੇ ਮਿਲਦੇ ਨੇ, ਕਈ ਹੁਕਮਨਾਮਿਆਂ ਵਿੱਚ ਲਿਖਿਆ ਹੈ ਫਲਾਣਾ ਚੰਦ ਜੀ ਤੁਸੀਂ ਮੇਰਾ ਖਾਲਸਾ ਹੋ। ਉੱਥੇ ਤਾਂ ਸਿੰਘ ਕੋਈ ਨਹੀਂ ਆਇਆ। ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰ ਕੌਰ, ਸਾਹਿਬ ਦੇਵਾ ਸੁੰਦਰੀ ਮਾਤਾ ਅਸੀਂ ਲਫ਼ਜ਼ ਸੁਣਿਆ, ਇਹਨਾਂ ਦੀਆਂ ਚਿੱਠੀਆਂ ਮਿਲਦੀਆਂ ਨੇ ਜਿਹੜੀਆਂ ਕਿ ਉਹਨਾਂ ਨੂੰ ਲਿਖਿਆ ਵੀ ਤੁਸੀਂ ਮੇਰਾ ਖਾਲਸਾ, ਉਹਨਾਂ ਦੇ ਨਾਲ ਕਿਸੇ ਦੇ ਨਾਮ ਸਿੰਘ ਨਹੀਂ ਲਿਖਿਆ ਹੋਇਆ। ਸੋ ਖਾਲਸਾ ਦਾ ਮਤਲਬ ਹਰਗਿਜ਼ ਇਹ ਨਹੀਂ ਜਿਹੜਾ ਕਿ ਅਸੀਂ ਅੱਜ ਬਣਾ ਲਿਆ ਵੀ ਜਿਹਨੇ ਪੌਲ ਲਈ ਹੋਈ ਹੈ, ਜਿਹਨੇ ਕੇਸ ਰੱਖੇ, ਜਿਹਨੇ ਕਕਾਰ ਪਹਿਨੇ ਹੋਏ ਨੇ, ਉਹ ਖਾਲਸਾ। ਖਾਲਸਾ ਉਹ ਹੈ ਜਿਹੜਾ ਅਕਾਲ ਪੁਰਖ ਨੂੰ ਸਿੱਧਾ ਸੰਬੰਧਿਤ ਹੈ, ਵਿਚਕਾਰ ਕਿਸੇ ਨੂੰ ਵਿਚੋਲਾ ਨਹੀਂ ਮੰਨਦਾ। ਸਿੱਖੀ ਵਿੱਚ ਵਿਚੋਲਾ ਹੈ ਹੀ ਕੋਈ ਨਹੀਂ ਹੈ, ਇੱਕ ਦੁਨੀਆ ਦਾ ਇੱਕ ਵਾਹਿਦ ਧਰਮ ਹੈ। This is the only religion in the world ਜਿਹਦੇ 'ਚ there is no in between God and Sikh। ਖਾਲਸਾ ਅਕਾਲ ਪੁਰਖ ਦੀ ਫੌਜ, ਅਸੀਂ ਕਹਿੰਦੇ ਆ ਆਮ ਤੌਰ ਤੇ ਕਹਿੰਦੇ ਨਾ, ਜਿਹੜੀ ਅਕਾਲ ਪੁਰਖ ਦੀ ਫੌਜ ਹੈ ਉਹਦੇ ਵਿਚਕਾਰ ਤੇ ਹੋ ਨਹੀਂ ਸਕਦਾ ਕੋਈ, ਜਿਹੜੀ ਉਹਦੇ ਆਪਣੇ ਆ। ਅਕਾਲ ਪੁਰਖ ਜੀ ਦਾ ਖਾਲਸਾ ਹੈ, ਕਿਸੇ ਹੋਰ ਦਾ ਨਹੀਂ, ਵਿਚਕਾਰ ਵਿਚੋਲਾ ਨਹੀਂ। ਗੁਰੂ ਆਪ ਵਿਚੋਲਾ ਨਹੀਂ ਬੰਦਾ। ਗੁਰੂ ਕਹਿੰਦਾ ਖਾਲਸਾ ਅਕਾਲ ਪੁਰਖ ਦੀ ਫੌਜ, ਮੈਂ ਵੀ ਨਹੀਂ ਚਾਹੇਗਾ, ਮੈਨੂੰ ਨਹੀਂ ਮੰਨਣਾ ਤੁਸੀਂ। ਗੁਰੂ ਕਹਿੰਦਾ ਮੈਨੂੰ ਨਹੀਂ ਮੰਨਣਾ। ਮੰਨਣਾ ਕਿਹਨੂੰ ਹੈ? ਸ਼ਬਦ ਨੂੰ ਮੰਨਣਾ, ਗੁਰਬਾਣੀ ਨੂੰ ਮੰਨਣਾ। ਗੁਰੂ ਗ੍ਰੰਥ ਸਾਹਿਬ ਵਿੱਚ ਜੋ ਕੁਝ ਲਿਖਿਆ ਹੈ, ਜੇਕਰ ਇਹ ਨਾ ਲਿਖਿਆ ਹੁੰਦਾ ਤੇ ਸਾਡੇ ਨਾਲ ਪਤਾ ਨਹੀਂ ਕੀ ਜ਼ਿਆਦਤੀ ਹੁੰਦੀ। ਇਹ ਤਾਂ ਗੁਰੂ ਅਰਜਨ ਸਾਹਿਬ ਦੀ ਤੇ ਬਾਅਦ ਚ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਾਡੇ ਤੇ ਬੜੀ ਵੱਡੀ ਬਖਸ਼ਿਸ਼ ਹੈ ਕਿ ਸਾਨੂੰ ਉਹ ਫਿਲਾਸਫੀ ਦੇ ਗਏ ਆ ਜਿਹਦੇ 'ਚ ਕੋਈ ਇੱਕ ਰਾਗਮਾਲਾ ਨੂੰ ਛੱਡ ਕੇ ਬਾਕੀ ਕੋਈ ਐਸੀ ਚੀਜ਼ ਨਹੀਂ ਹੈ ਜਿਹਦੇ 'ਚ ਤੁਹਾਨੂੰ ਕੋਈ ਕਿਤੇ ਕਿੰਤੂ ਹੋਵੇ, ਇੱਕ ਲਫ਼ਜ਼ ਤੱਕ ਦਾ ਵੀ ਕਿੰਤੂ ਨਹੀਂ। ਸਾਰੀ ਤੁਹਾਡੇ ਹਰ ਮਸਲੇ ਦਾ ਹੱਲ ਇਹਦੇ 'ਚ ਮੌਜੂਦ ਹੈ। ਸੋ ਜਿਹੜੀ ਇਹ ਸੀ ਖਾਲਸੇ ਦਾ ਕਨਸੈਪਟ।